ਬਾਣੀ ਥਿੱਤੀ ਜਿਸ ਦੇ ਵਿੱਚ ਥਿੱਤਾਂ ਦਾ ਸਿਧਾਂਤ ਲੈ ਕਰ ਗੁਰੂ ਮਹਾਰਾਜ ਜੀ ਨੇ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਤੇ ਅੱਜ ਦੀ ਇਹ ਪੌੜੀ ਹੈ 9ਵੀਂ। 8 ਪੌੜੀਆਂ ਪਿੱਛੇ ਵਿਚਾਰ ਰਹੇ ਹਾਂ। ਸਪਤਮੀ ਸਤੋਂ ਆਖਦੇ ਨੇ ਮੱਸਿਆ ਤੋਂ 7ਵੇਂ ਦਿਨ ਬਾਅਦ ਇਹ ਦਿਹਾੜਾ ਹੁੰਦਾ ਹੈ। ਆਪ ਜੀ ਦੀ ਗਿਆਤਾ ਦੇ ਲਈ ਮੈਂ ਦੱਸ ਦੇਵਾਂ, ਕਈ ਵਾਰੀ ਇਹ ਥਿੱਤਾਂ 2 ਇਕੱਠੀਆਂ ਵੀ ਆ ਜਾਂਦੀਆਂ ਨੇ। ਜਿਵੇਂ ਤੀਜ ਤੇ ਚੌਥ ਇਕੱਠੀ ਆ ਗਈ ਤੇ ਸਾਨੂੰ ਇਸ ਤਰ੍ਹਾਂ ਹੁੰਦਾ ਵੀ ਅੱਜ ਤੀਜ ਤੇ ਅਗਲੇ ਦਿਨ ਚੌਥ ਹੋਏਗੀ, ਪਰ ਉਸ ਦਿਨ ਪੰਚਮੀ ਹੁੰਦੀ ਹੈ। ਕਈ ਵਾਰੀ 2 ਦਿਨਾਂ ਦੇ ਵਿੱਚ ਇੱਕ ਥਿੱਤ ਆ ਜਾਂਦੀ ਹੈ, ਅੱਜ ਵੀ ਪੰਜਵੀਂ ਹੈ ਤੇ ਕੱਲ ਨੂੰ ਵੀ ਪੰਜਵੀਂ ਹੈ। ਇਹ ਦਿਨਾਂ ਦਾ ਜਿਹੜਾ ਵਧਣਾ ਤੇ ਘਟਣਾ ਹੈ, ਜਿਵੇਂ ਅੰਗਰੇਜ਼ੀ ਮਹੀਨੇ ਨੂੰ ਲੈ ਲਓ, ਇਹਦੇ 30 ਤੇ 31 ਦਿਨ ਨੇ ਸਾਰੇ ਮਹੀਨਿਆਂ ਦੇ। ਇੱਕ ਮਹੀਨਾ ਹੈ ਫਰਵਰੀ, ਉਹ 28 ਦਾ ਹੁੰਦਾ ਹੈ। 4 ਸਾਲਾਂ ਬਾਅਦ ਫਿਰ ਉਹ 29 ਦਿਨਾਂ ਦਾ ਹੁੰਦਾ ਹੈ। ਧਰਤੀ ਜਿਹੜੀ ਇਹ ਪੂਰਨ ਰੂਪ ਦੇ ਵਿੱਚ ਗੋਲ ਨਾ ਹੋਣ ਕਰਕੇ ਅੰਡਾਕਾਰ ਹੈ, ਜਿਸ ਕਰਕੇ ਪੂਰੇ 24 ਘੰਟਿਆਂ ਦੇ ਵਿੱਚ ਚੱਕਰ ਨਹੀਂ ਲੱਗਦਾ ਤੇ ਉੱਪਰਲੇ ਜਿਹੜੇ ਕੁਝ ਮਿੰਟ ਸਕਿੰਟ ਬਚ ਜਾਂਦੇ ਨੇ, ਉਹਨੂੰ 4 ਸਾਲਾਂ ਦੇ ਵਿੱਚ ਫਿਰ ਇੱਕ ਦਿਨ ਪੂਰਾ ਬਣਾ ਕੇ ਤੇ ਵਧਾਇਆ ਜਾਂਦਾ ਹੈ। ਤਾਂ ਕਰਕੇ 4 ਸਾਲਾਂ ਤੋਂ ਜਿਹੜਾ ਸਾਲ ਆਉਂਦਾ ਹੈ ਨਾ, ਉਹ 365 ਦਿਨਾਂ ਦਾ ਨਹੀਂ ਹੁੰਦਾ, 366 ਦਿਨਾਂ ਦਾ ਹੁੰਦਾ ਹੈ। ਮੈਂ ਇੱਕ ਵਾਰੀ ਬੜਾ ਹੈਰਾਨ ਹੋਇਆ, ਪੁਰਾਤਨ ਇਤਿਹਾਸ ਸੀ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਲਿਖਿਆ ਸੀ ਦਿਨ ਤੇ ਰਾਤ 21 ਘੰਟਿਆਂ ਦੇ ਹੁੰਦੇ ਸਨ। ਅੱਜ ਦਿਨ ਤੇ ਰਾਤ 24 ਘੰਟਿਆਂ ਦੇ ਨੇ। ਦਿਨ ਤੇ ਰਾਤ 21 ਘੰਟਿਆਂ ਦੇ ਹੁੰਦੇ ਸਨ। ਹੋ ਸਕਦਾ ਆਪ ਜੀ ਦੇ ਮੰਨਣ ਦੇ ਵਿੱਚ ਨਾ ਆਵੇ, ਪਰ ਹੁੰਦੇ ਜ਼ਰੂਰ ਸਨ। ਜੋ ਲਿਖਤੇ ਉਹ ਗਲਤ ਨਹੀਂ ਹੈਗੀ। ਇਵੇਂ ਜਿਵੇਂ ਇਹ ਹੋਰ ਦਿਨ ਤੇ ਰਾਤ ਵੱਡੇ ਹੁੰਦੇ ਜਾਣਗੇ ਤੇ ਗਰਮੀ ਵੱਧਦੀ ਜਾਏਗੀ। ਉੱਥੇ ਇਹ ਵੀ ਲਿਖਿਆ ਸੀ ਦਿਨ ਤੇ ਰਾਤ ਨੇ ਜਿਹੜੇ ਇਹਨਾਂ ਦਾ ਸਮਾਂ ਜਿਹੜਾ ਇਹ ਵੱਧਦਾ ਜਾਏਗਾ। 21 ਤੋਂ 24 ਘੰਟੇ ਹੋ ਗਏ ਨੇ, 26, 28, 30 ਹੋ ਜਾਣਗੇ ਤੇ ਗਰਮੀ ਵੱਧਦੀ ਜਾਏਗੀ, ਕਿਉਂਕਿ ਧਰਤੀ ਹੌਲੀ ਹੌਲੀ ਸੂਰਜ ਦੇ ਨੇੜੇ ਜਾ ਰਹੀ ਹੈ। ਧਰਤੀ ਜਿਹੜੀ ਇਸ ਦੀ ਸੂਰਜ ਤੋਂ ਦੂਰੀ ਹੈ ਜਿਹੜੀ ਇਹ ਘਟ ਰਹੀ ਹੈ। ਰੋਹ ਵਿਚਾਰ ਮੈਂ ਆਪ ਜੀ ਨੂੰ ਸਾਇੰਸ ਨਾ ਸਮਝਾਵਾਂ, ਧੰਨ ਗੁਰਬਾਣੀ ਦੇ ਨਾਲ ਜੁੜੀਏ। ਸਪਤਮੀ ਨੂੰ ਸਿਧਾਂਤ ਬਣਾ ਕੇ ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਸਤ ਸੰਤੋਖ ਸਰੀਰ, ਇਹ ਜਿਹੜਾ ਸਰੀਰ ਹੈ ਨਾ, ਇਹਦੇ ਵਿੱਚ ਇਹ 2 ਗੁਣ ਨੇ ਜਿਹੜੇ ਇਹ ਅੱਤ ਦੇ ਜ਼ਰੂਰੀ ਨੇ। ਇੱਕ ਸਤ ਤੇ ਦੂਸਰਾ ਸੰਤੋਖ। ਸਤ ਦਾ ਅਰਥ ਹੈ ਸੱਚ, ਸੱਚ ਦੇ ਉੱਤੇ ਤੁਰ ਜਾਣਾ। ਹਰ ਗੱਲ ਹੈ ਜਿਹੜੀ ਉਹ ਸੱਚੀ ਆਖਣੀ ਤੇ ਸੱਚੋ ਹੀ ਸੁਣਨੀ। ਜੇ ਕੋਈ ਝੂਠ ਸੁਣਾ ਰਿਹਾ ਨਾ, ਝੂਠੀ ਗੱਲ ਆਖ ਰਿਹਾ ਹੈ ਤੇ ਉਹਨੂੰ ਸੁਣ ਤੋਂ ਮਨਾ ਕਰ ਦੇਣਾ ਤੇ ਸੱਚੀ ਗੱਲ ਆਖਣ ਤੋਂ ਕਦੇ ਨਾ ਡਰਨਾ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਬਾਬਰ ਨੂੰ ਜਾਬਰ ਆਖ ਦਿੱਤਾ ਸੀ ਤੇ 10ਵੇਂ ਪਾਤਸ਼ਾਹ ਨੇ ਜੋ ਜ਼ਫਰਨਾਮਾ ਲਿਖਿਆ ਹੈ, ਉਹਦੇ ਵਿੱਚ ਔਰੰਗਜ਼ੇਬ ਦੇ ਉਹ ਸਾਰੇ ਔਗਣ, ਉਹ ਸਾਰੀਆਂ ਘਾਟਾਂ ਜਿਹੜੀਆਂ ਉਸਦੇ ਜੀਵਨ ਵਿੱਚ ਸਨ, ਉਹ ਸਾਰੀਆਂ ਲਿਖ ਭੇਜੀਆਂ ਸਨ। ਇਸ ਤਰ੍ਹਾਂ ਸੱਚੀ ਗੱਲ ਆਖਣ ਤੋਂ ਕਦੇ ਨਾ ਡਰਨਾ ਤੇ ਝੂਠੀ ਗੱਲ ਹੈ ਜਿਹੜੀ ਉਸ ਨੂੰ ਸੁਣ ਤੋਂ ਨਾ ਕਰਨਾ, ਇਹਨੂੰ ਵੀ ਸੱਤ ਆਖਦੇ ਨੇ। ਧਰਮ ਦੀ ਕਮਾਈ ਕਰਨੀ, ਕਿਸੇ ਦਾ ਹੱਕ ਨਾ ਮਾਰਨਾ, ਹੱਕ ਨਾ ਖਾਣਾ, ਇਹਨੂੰ ਵੀ ਸੱਤ ਦੀ ਕਮਾਈ ਆਖਦੇ ਨੇ। ਭਾਵ ਜੀਵਨ ਦੇ ਵਿੱਚ ਬੋਲ ਚਾਲ ਸੁਣਨਾ ਤੇ ਆਪਣੀ ਉਪਜੀਵਕਾ ਦੇ ਲਈ ਸਾਡੇ ਇੰਦਰੀ ਨੇ। ਮੈਂ ਇਸ ਤਰ੍ਹਾਂ ਸਮਝਾਵਾਂ ਜ਼ਿਆਦਾ ਸਮਝ ਆਏਗੀ। ਅੱਖਾਂ ਵੇਖਦੀਆਂ ਨੇ, ਇਹਨਾਂ ਨੇ ਸੱਤ ਵੇਖਣਾ, ਝੂਠ ਨਹੀਂ ਵੇਖਣਾ। ਕੰਨਾਂ ਨੇ ਸੁਣਨਾ, ਇਹਨਾਂ ਨੇ ਸੱਤ ਸੁਣਨਾ, ਝੂਠ ਨਹੀਂ ਸੁਣਨਾ। ਮੂੰਹ ਹੈ ਜਿਹੜਾ, ਇਹਦੇ ਵਿੱਚ ਸੱਤ ਦੀ ਕਮਾਈ ਦਾ ਜਿਹੜਾ ਭੋਜਨ ਹੈ ਨਾ, ਉਹ ਪੈਣਾ ਚਾਹੀਦਾ ਹੈ। ਸ਼ਾਮ ਵੇਦ ਦੇ ਅੰਦਰ ਇੱਕ ਬੜਾ ਸੋਹਣਾ ਸਿਧਾਂਤ ਲਿਖਿਆ ਹੈ। ਉਹ ਲਿਖਦੇ ਨੇ ਕਿ ਜਿਹੜਾ ਭੋਜਨ ਹੈ ਨਾ, ਭੋਜਨ
ਸਾਡੇ ਜੀਵਨ ਦੇ ਵਿੱਚ ਸਾਡੇ ਮਨ ਦੇ ਉੱਤੇ ਬੜਾ ਅਸਰ ਪਾਉਂਦਾ ਹੈ, ਬੜਾ ਪ੍ਰਭਾਵਿਤ ਕਰਦਾ ਹੈ। ਸੱਚ ਦਾ ਭੋਜਨ ਹੋਵੇ ਤੇ ਸਾਡਾ ਮਨ ਹੈ ਜਿਹੜਾ ਇਹਦੇ ਅੰਦਰ ਸਤਾ ਬਣੀ ਰਹਿੰਦੀ ਹੈ। ਜੇ ਝੂਠ ਦਾ ਭੋਜਨ ਹੋਵੇ ਤੇ ਫਿਰ ਮਨ ਦੇ ਅੰਦਰ ਝੂਠ ਹੈ ਜਿਹੜਾ ਇਹ ਪਨਪਦਾ ਰਹਿੰਦਾ ਹੈ। ਜਿਵੇਂ ਇੱਕ ਫਲ ਹੈ, ਅਸੀਂ ਵੇਖਦੇ ਹਾਂ ਫਲ ਉਸੇ ਰੁੱਖ ਨੂੰ ਲੱਗਿਆ ਹੈ, ਆਕਾਰ ਦੇ ਵਿੱਚ ਵੀ ਉਸ ਦੇ ਨਾਲੋਂ ਛੋਟਾ ਵੱਡਾ ਹੈ ਤੇ ਸਵਾਦ ਦੇ ਵਿੱਚ ਵੀ ਫਰਕ ਹੈ। ਇਸ ਦਾ ਕਾਰਨ ਕੀ ਹੈ? ਮੰਨਿਆ ਜਾਂਦਾ ਹੈ ਕਿ ਚੰਦ ਦੀਆਂ ਕਿਰਨਾਂ ਜਦੋਂ ਫਲ ਦੇ ਉੱਤੇ ਪੈਂਦੀਆਂ ਨੇ ਤੇ ਉਹਦੇ ਵਿੱਚ ਮਿਠਾਸ ਭਰੀ ਜਾਂਦੀ ਹੈ। ਇਸੇ ਕਰਕੇ ਇਹਨਾਂ ਨੂੰ ਅੰਮ੍ਰਿਤ ਆਖਿਆ ਜਾਂਦਾ ਹੈ ਵੀ ਚੰਦ ਤੋਂ ਅੰਮ੍ਰਿਤ ਹੁੰਦਾ, ਜੋ ਫਲਾਂ ਦੇ ਵਿੱਚ ਮਿਠਾਸ ਭਰਦਾ, ਫੁੱਲਾਂ ਦੇ ਵਿੱਚ ਸੁਗੰਧੀ ਭਰਦਾ ਹੈ। ਸੂਰਜ ਤੋਂ ਪੌਦੇ ਆਪਣਾ ਭੋਜਨ ਤਿਆਰ ਕਰਦੇ ਨੇ ਤੇ ਚੰਦ ਤੋਂ ਆਪਣੇ ਫਲਾਂ ਦੇ ਵਿੱਚ ਮਿਠਾਸ ਭਰਦੇ ਨੇ। ਉਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਭੋਜਨ ਹੈ ਜਿਹੜਾ ਇਹਦਾ ਇੱਕ ਅਹਿਮ ਅੰਗ ਹੈ। ਜੇ ਸੱਤ ਦਾ ਖਾਧਾ ਜਾਏਗਾ ਤੇ ਸਾਡਾ ਮਨ ਹੈ ਜਿਹੜਾ ਇਹ ਸੱਤ ਦਾ ਧਾਰਨੀ ਹੋਏਗਾ। ਸੰਤੋਖ ਜਥਾ ਲਾਭ ਤਥਾ ਸੰਤੁਸ਼ਟ, ਜਿੰਨੇ ਮਿਲ ਗਏ ਨੇ, ਜੋ ਮਿਲ ਰਿਹਾ ਬਸ ਠੀਕ ਹੈ। ਕਮਾਈ ਕਰਦੇ ਹਾਂ, ਜਿਤਨੇ ਬਚ ਗਏ ਨੇ ਉਤਨੇ ਠੀਕ ਨੇ। ਇਹਨੂੰ ਸੰਤੋਖ ਆਖਿਆ ਜਾਂਦਾ ਹੈ। ਸੰਤੋਖ ਦੇ ਵਿੱਚ ਰਹਿਣਾ। ਸਰੀਰ, ਇਹ ਸਰੀਰ ਦੇ ਦੋ ਗੁਣ ਨੇ ਤੇ ਧੰਨ ਗੁਰੂ ਮਹਾਰਾਜ ਜੀ ਸਪਤਮੀ ਨੂੰ ਸਿਧਾਂਤ ਬਣਾ ਕੇ ਸਾਨੂੰ ਦੱਸਦੇ ਹਨ ਜੀ। ਸਾਤ ਸਮੁੰਦ ਭਰੇ ਨਿਰਮਲ ਨੀਰ। ਸਾਤ ਦਾ ਅਰਥ ਹੈ ਸੱਤ। ਆਪਾਂ ਪੰਜਾਬੀ 'ਚ ਸੱਤ ਆਖ ਦਿੰਦੇ ਹਾਂ, ਹਿੰਦੀ 'ਚ ਸਾਤ ਆਖਦੇ ਨੇ। ਸਮੁੰਦ ਭਰੇ ਨਿਰਮਲ ਨੀਰ, ਜਿਵੇਂ ਸੱਤ ਸਮੁੰਦਰ ਪਾਣੀ ਦੇ ਨਾਲ ਲਬਾਲਬ ਭਰੇ ਹੋਏ ਨੇ ਨਾ, ਇਸੇ ਤਰ੍ਹਾਂ ਸਾਡੇ ਪੰਜ ਗਿਆਨ ਇੰਦਰੀ ਤੇ ਮਨ ਤੇ ਬੁੱਧ ਇਹ ਸੱਤ ਬਣਦੇ ਨੇ। ਪੰਜੇ ਗਿਆਨ ਇੰਦਰੀ ਜਿਹੜੇ ਨੇ ਇਹ ਸੱਤ ਤੇ ਸੰਤੋਖ ਦੇ ਨਾਲ ਲਬਾਲਬ ਭਰੇ ਹੋਣੇ ਚਾਹੀਦੇ ਨੇ। ਜਿਵੇਂ ਸੱਤਾਂ ਸਮੁੰਦਰਾਂ ਦੇ ਵਿੱਚ ਜਲ ਭਰਿਆ ਹੈ, ਮਨ ਤੇ ਬੁੱਧ ਜਿਹੜਾ ਇਹ ਵੀ ਸੱਤ ਤੇ ਸੰਤੋਖ ਦਾ ਧਾਰਨੀ ਹੋਣਾ ਚਾਹੀਦਾ ਹੈ ਜੀ। ਮੱਜਨਸ਼ੀਲ ਸਚ ਹਿਰਦੈ ਵਿਚਾਰ। ਤੇ ਸਰੀਰ ਦਾ ਜਿਹੜਾ ਇਸ਼ਨਾਨ ਕਰਨਾ, ਗੁਰੂ ਮਹਾਰਾਜ ਜੀ ਵੀ ਦੱਸਦੇ ਨੇ। ਮੱਜਨ ਦਾ ਅਰਥ ਹੁੰਦਾ ਹੈ ਇਸ਼ਨਾਨ ਕਰਨਾ। ਮੱਜਨ ਹੈ ਜਿਹੜਾ ਜਦੋਂ ਅਸੀਂ ਕਿਸੇ ਪਰਵ ਤੇ ਤੀਰਥ ਸਥਾਨ ਤੇ ਜਾ ਕੇ ਇਸ਼ਨਾਨ ਕਰਦੇ ਹਾਂ ਉਸ ਨੂੰ ਵੀ ਮੱਜਨ ਆਖਦੇ ਨੇ। ਜਦੋਂ ਅਸੀਂ ਕੇਸ਼ੀ ਇਸ਼ਨਾਨ ਕਰਦੇ ਹਾਂ ਨਾ, ਭਾਵ ਕੇਸਾਂ ਤੋਂ ਲੈ ਕੇ ਪੈਰਾਂ ਤੱਕ ਜਦੋਂ ਸਾਰੇ ਸਰੀਰ ਦਾ ਇਸ਼ਨਾਨ ਕਰਦੇ ਹਾਂ ਉਸ ਨੂੰ ਵੀ ਮੱਜਨ ਆਖਦੇ ਨੇ। ਸੀਲ ਦਾ ਅਰਥ ਹੁੰਦਾ ਹੈ ਇੱਕ ਇਸ ਤਰ੍ਹਾਂ ਦਾ ਸੁਭਾਅ ਜਿੰਦੇ ਵਿੱਚ ਹਲੀਮੀ ਹੋਵੇ, ਰੁੱਖਾਪਣ ਨਾ ਹੋਵੇ, ਉਸ ਨੂੰ ਸੀਲ ਸੁਭਾਅ ਆਖਿਆ ਜਾਂਦਾ ਹੈ। ਨਿੱਘਾ ਸੁਭਾਅ ਜਿੰਦੇ ਵਿੱਚ ਧੀਰਜ ਹੋਵੇ, ਜਿੰਦੇ ਵਿੱਚ ਹਲੀਮੀ ਹੋਵੇ, ਜਿੰਦੇ ਵਿੱਚ ਰੁੱਖਾਪਣ ਨਾ ਹੋਵੇ, ਉਹਨੂੰ ਸੀਲ ਸੁਭਾਅ ਆਖਿਆ ਜਾਂਦਾ ਹੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਇਸ਼ਨਾਨ ਕਰਨਾ ਹੈ ਨਾ, ਸੀਲ ਸੱਚ, ਸੱਚ ਦਾ ਤੇ ਸੀਲ ਦਾ ਹੋਣਾ ਚਾਹੀਦਾ ਹੈ। ਹਿਰਦੇ ਵਿਚਾਰ, ਮੱਜਨ ਸੀਲ, ਇੱਥੇ ਵਿਸ਼ਰਾਮ ਲੈਣਾ ਹੈ। ਇਸ਼ਨਾਨ ਸੀਲ ਦਾ ਹੋਣਾ ਚਾਹੀਦਾ ਹੈ, ਭਾਵ ਸੁਭਾਅ ਸਾਡਾ ਸੀਲ ਹੋਣਾ ਚਾਹੀਦਾ ਹੈ, ਨਿੱਘਾ ਸੁਭਾਅ ਹੋਣਾ ਚਾਹੀਦਾ ਹੈ। ਬੋਲੀ ਦੇ ਵਿੱਚ ਰੁੱਖਾਪਣ ਨਹੀਂ ਹੋਣਾ ਚਾਹੀਦਾ, ਧੀਰਜ ਦੇ ਵਿੱਚ ਹੋਣਾ ਚਾਹੀਦਾ। ਸੱਚ ਹਿਰਦੇ ਵਿਚਾਰ, ਤੇ ਹਿਰਦੇ ਦੇ ਵਿੱਚ ਜਿਹੜੀਆਂ ਵਿਚਾਰਾਂ ਨੇ ਨਾ ਉਹ ਸੱਚ ਦੀਆਂ ਚੱਲਣੀਆਂ ਚਾਹੀਦੀਆਂ ਨੇ। ਇੱਥੇ ਸੱਚ ਦਾ ਅਰਥ ਹੈ ਵਾਹਿਗੁਰੂ ਪਰਮਾਤਮਾ। ਜਦੋਂ ਵੀ ਹਿਰਦੇ ਦੇ ਵਿੱਚ ਵਿਚਾਰ ਚੱਲੇ ਉਦੋਂ ਪਰਮਾਤਮਾ ਦੀ ਵਿਚਾਰ ਚੱਲੇ। ਇਹ ਹੁਣ ਪਰਮਾਤਮਾ ਦੀ ਵਿਚਾਰ ਕਿਵੇਂ ਚੱਲਦੀ? ਜਿਵੇਂ ਸਾਡਾ ਬੱਚਾ ਹੈ ਨਾ, ਬੱਚਾ ਪੜ੍ਹ ਗਿਆ ਤੇ ਸਾਡੇ ਅੰਦਰ ਇੱਕ ਵਿਚਾਰ ਚੱਲਦੀ ਰਹਿੰਦੀ ਹੈ ਵੀ ਇਸ ਬੱਚੇ ਨੂੰ ਹੁਣ ਰੋਜੀ ਰੋਟੀ ਦੇ ਲਈ ਆਪਾਂ ਕਿਹੜੀ ਨੌਕਰੀ ਦਵਾਈਏ, ਕਿਹੜੀ ਨੌਕਰੀ ਦੇ ਵਿੱਚ ਇਹਨੂੰ ਭਰਤੀ ਕਰੀਏ, ਕੀ ਕਾਰੋਬਾਰ ਕਰਾਈਏ। ਇਹ ਵਿਚਾਰਾਂ ਹੁਣ ਹਿਰਦੇ ਦੇ ਵਿੱਚ ਪਰਿਵਾਰ ਦੇ ਚੱਲਦੀਆਂ ਰਹਿੰਦੀਆਂ ਨੇ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਪਤਮੀ ਨੂੰ ਆਧਾਰ ਬਣਾ ਕੇ ਸਾਨੂੰ ਦੱਸਦੇ ਨੇ ਵੀ ਸਾਡੇ ਸਰੀਰ ਦੇ ਵਿੱਚ ਸੱਤ ਤੇ ਸੰਤੋਖ ਇਹ ਦੋ ਗੁਣ ਨੇ ਜਿਹੜੇ ਅਸਲ ਵਿੱਚ ਪੰਜ ਦੈਵੀ ਗੁਣ ਨੇ, ਸਾਰੇ ਹੋਣੇ ਚਾਹੀਦੇ ਨੇ। ਇਹਨਾਂ ਦਾ ਨਾਮ ਹੈ ਸੱਤ, ਸੰਤੋਖ, ਧੀਰਜ, ਧਰਮ ਤੇ ਦਇਆ। ਗੁਰੂ ਮਹਾਰਾਜ ਜੀ ਨੇ ਦੋ ਇੱਥੇ ਲਿਖੇ ਨੇ, ਸੱਤ, ਸੰਤੋਖ ਤੇ ਅੱਗੇ ਸੀਲ ਤੇ ਸੱਚ
ਇਹ ਅੱਗੇ ਲਿਖ ਦਿੱਤਾ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਤ ਸਮੁੰਦ ਭਰੇ ਨਿਰਮਲ ਨੀਰ। ਜਿਵੇਂ ਤੁਸੀਂ ਵੇਖਦੇ ਹੋ, ਆਪਾਂ ਸਾਰੇ ਵੇਖਦੇ ਹਾਂ, ਜਲ ਜਿਹੜਾ 7 ਸਮੁੰਦਰਾਂ ਦੇ ਵਿੱਚ ਲਬਾ ਲਬ ਭਰਿਆ ਹੈ, ਉਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਇਹ ਦੈਵੀ ਗੁਣ ਨੇ ਜਿਹੜੇ ਇਹ ਭਰੇ ਹੋਣੇ ਚਾਹੀਦੇ ਨੇ। ਤੇ ਇਸ਼ਨਾਨ ਨੇ ਜਿਹੜਾ ਇਹ ਮਨ ਨੂੰ ਕਰਾਉਣਾ ਹੈ, ਸਰੀਰ ਦੇ ਇਸ਼ਨਾਨ ਦੀ ਗੱਲ ਨਹੀਂ ਇੱਥੇ। ਮਨ ਨੂੰ ਜਿਹੜਾ ਨਾ ਇਹ ਸੀਲ ਦਾ ਇਸ਼ਨਾਨ ਕਰਾਉਣਾ ਹੈ, ਭਾਵ ਮਨ ਦੇ ਵਿੱਚ ਰੁੱਖਾਪਣ ਨਹੀਂ ਹੋਣਾ ਚਾਹੀਦਾ, ਬੋਲੀ ਵਿੱਚ ਮਿਠਾਸ ਹੋਣੀ ਚਾਹੀਦੀ ਹੈ, ਨਿਮਰਤਾ ਹੋਣੀ ਚਾਹੀਦੀ ਹੈ, ਹਲੀਮੀ ਹੋਣੀ ਚਾਹੀਦੀ, ਧੀਰਜ ਹੋਣਾ ਚਾਹੀਦਾ ਹੈ। ਤੇ ਮਨ ਦੇ ਅੰਦਰ ਜਿਹੜੀਆਂ ਵਿਚਾਰਾਂ ਚੱਲਦੀਆਂ ਨੇ, ਸੱਚ ਹਿਰਦੇ ਵਿਚਾਰ, ਹਿਰਦੇ ਵਿੱਚ ਜੋ ਵਿਚਾਰਾਂ ਨੇ ਇਹ ਪਰਮਾਤਮਾ ਦੇ ਦਰ ਦੀਆਂ ਚੱਲਣੀਆਂ ਚਾਹੀਦੀਆਂ ਹਨ ਜੀ। ਗੁਰ ਕੈ ਸ਼ਬਦ ਪਾਵੈ ਸਭ ਪਾਰ। ਤੇ ਫਿਰ ਗੁਰੂ ਦੇ ਸ਼ਬਦ ਉਪਦੇਸ਼ ਦੇ ਨਾਲ ਜਿਹੜਾ ਜੁੜਿਆ ਰਹੇਗਾ, ਉਹ ਸਾਰੇ ਦੇ ਸਾਰੇ ਇਸ ਕਲਯੁਗ ਚੋਂ, ਇਸ ਸੰਸਾਰ ਚੋਂ, ਇਸ ਭਵਜਲ ਚੋਂ ਪਾਰ ਹੋ ਜਾਣਗੇ। ਗੁਰ ਕੈ ਸ਼ਬਦ ਆ ਵੇਖੋ, ਧੰਨ ਗੁਰਬਾਣੀ ਜਿਹੜੀ ਇਹਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਗਿਆਨ ਦਿੱਤਾ ਹੈ, ਸੋਝੀ ਦਿੱਤੀ ਹੈ। ਵਾਹਿਗੁਰੂ ਗੁਰ ਮੰਤਰ ਹੈ, ਉਹ ਵੀ ਸ਼ਬਦ ਹੈ ਗੁਰੂ ਜੀ ਦਾ। ਗੁਰ ਕੇ ਸ਼ਬਦ, ਇਸ ਤਰ੍ਹਾਂ ਗੁਰੂ ਦੇ ਸ਼ਬਦ ਦੇ ਲੜ ਲੱਗਿਆਂ ਪਾਵੇ ਸਭ ਪਾਰ, ਸਾਰਿਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਜੀ। ਮਨ ਸਾਚਾ ਮੁਖ ਸਾਚੋ ਪਾਏ। ਮਨ ਸਾਚਾ, ਜਿਹੜੇ ਮਨੁੱਖ ਦਾ ਮਨ ਸੱਚਾ ਨਾ, ਮੁਖ ਸਾਚੋ ਭਾਈ, ਉਹਦੇ ਮੂੰਹ ਦੇ ਵਿੱਚੋਂ ਸੱਚੀ ਗੱਲ ਆਖੀ ਹੈ ਨਾ ਜਿਹੜੀ, ਉਹ ਚੰਗੀ ਲੱਗਦੀ ਹੈ। ਇਹਨੂੰ ਥੋੜਾ ਜਿਹਾ ਆਪਾਂ ਜ਼ਰੂਰ ਸਮਝਾਂਗੇ। ਮਨ ਸਾਚਾ, ਇੱਕ ਬੰਦਾ ਹੈ ਉਹਦਾ ਮਨ ਸੱਚਾ ਨਹੀਂ, ਮਨ ਕਰਕੇ ਉਹ ਚੋਰ ਹੈ ਤੇ ਮੂੰਹ ਦੇ ਨਾਲ ਉਹ ਗੱਲਾਂ ਕਰ ਰਿਹਾ ਹੈ ਵੀ ਸਾਨੂੰ ਚੋਰੀ ਨਹੀਂ ਕਰਨੀ ਚਾਹੀਦੀ, ਹੋ ਸਕਦਾ ਸਾਡੀ ਮਜਬੂਰੀ ਹੋ ਜਾਵੇ, ਸਾਨੂੰ ਉਹਦੇ ਤੋਂ ਗੱਲਾਂ ਸੁਣਨੀਆਂ ਪੈ ਜਾਣ, ਪਰ ਉਹਦੇ ਮੂੰਹ 'ਚੋਂ ਇਹ ਆਖੀ ਹੋਈ ਗੱਲ ਜਿਹੜੀ ਸਾਨੂੰ ਚੰਗੀ ਨਹੀਂ ਲੱਗਦੀ, ਸਾਡੇ ਮਨ ਦੇ ਵਿੱਚ ਉਦੋਂ ਹੀ ਖਿਆਲ ਆ ਜਾਂਦਾ ਹੈ ਵੀ ਆਪ ਤਾਂ ਇਹ ਚੋਰ ਹੈ ਤੇ ਸਾਨੂੰ ਮੱਤਾਂ ਦੇ ਰਿਹਾ, ਚੋਰੀ ਨਹੀਂ ਕਰਨੀ ਚਾਹੀਦੀ। ਆਹ ਗੱਲ ਗੁਰੂ ਮਹਾਰਾਜ ਜੀ ਦੱਸਦੇ ਨੇ। ਮੈਂ ਇੱਕ ਵਾਰੀ ਫਿਰ ਨਾ ਬਾਣੀ ਦਾ ਪਾਠ ਕਰਕੇ ਆਪ ਜੀ ਨੂੰ ਸੁਣਾ ਦੇਵਾਂ। ਬੜੀ ਸੁਖੈਨ ਬਾਣੀ ਹੈ ਧੰਨ ਗੁਰੂ ਮਹਾਰਾਜ ਜੀ ਦੀ, ਬੜੇ ਸੁਖੈਨ ਤਰੀਕੇ ਦੇ ਨਾਲ ਗੁਰੂ ਮਹਾਰਾਜ ਜੀ ਸਮਝਾ ਰਹੇ ਨੇ। ਮਨ ਸਾਚਾ, ਜੇ ਮਨ ਸੱਚਾ ਹੋਵੇ, ਮਨ ਸਾਚਾ, ਜੇ ਮਨ ਦੇ ਵਿੱਚ ਸੱਚ ਹੋਵੇ। ਮੰਮਾ ਨੰਨਾ ਨੰਨੇ ਨੂੰ ਸਿਹਾਰੀਏ, ਜਦੋਂ ਮਾਮਾ ਨੰਨਾ ਤੇ ਨੰਨੇ ਨੂੰ ਸਿਹਾਰੀ ਮਨ ਬਣਦਾ ਨਾ, ਉਹਦਾ ਅਰਥ ਬਣਦਾ ਮਨ ਦੇ ਵਿੱਚ ਮਨ ਸਾਚਾ। ਜੇ ਮਨ ਦੇ ਵਿੱਚ ਸੱਚ ਹੋਵੇ ਨਾ, ਮੁਖ ਸਾਚੋ ਭਾਈ, ਭਾਈ ਦਾ ਅਰਥ ਹੁੰਦਾ ਚੰਗਾ ਲੱਗਣਾ, ਤੇ ਮੁਖ ਮੰਮਾ ਇੱਥੇ ਖੱਖੇ ਨੂੰ ਵੀ ਸਿਹਾਰੀਏ। ਜਦੋਂ ਕਿਸੇ ਅੱਖਰ ਦੇ ਪਿਛਲੇ, ਵਾਹਿਗੁਰੂ ਜੀ, ਜਦੋਂ ਕਿਸੇ ਸ਼ਬਦ ਦੇ ਪਿਛਲੇ ਅੱਖਰ ਨੂੰ ਸਿਹਾਰੀ ਆ ਜਾਂਦੀ ਤੇ ਉਹਦਾ ਅਰਥ ਫਿਰ ਗੁਰਬਾਣੀ ਵਿਆਕਰਨ ਦੇ ਆਧਾਰ ਤੇ ਨਾ ਵਿੱਚ ਬਣਦਾ ਹੈ। ਮੁਖ ਸਾਚੋ ਭਾਈ, ਉਸ ਦੇ ਮੁਖ ਦੇ ਵਿੱਚ ਜਿਹੜੀ ਗੱਲ ਹੈ ਨਾ ਆਖੀ ਜਾ ਰਹੀ, ਉਹ ਸੱਚੀ ਤਾਂ ਚੰਗੀ ਲੱਗਦੀ ਹੈ, ਨਹੀਂ ਤਾਂ ਸੁਣਨ ਵਾਲੇ ਨੂੰ ਗੱਲ ਸੱਚੀ ਨਹੀਂ ਲੱਗੇਗੀ। ਜਿਵੇਂ ਮੈਂ ਆਪ ਤਾਂ ਉੱਠਾਂ ਕਿਤੇ ਕਥਾ ਪ੍ਰਾਰੰਭ ਹੋਣ ਤੋਂ 10-15 ਮਿੰਟ ਪਹਿਲਾਂ ਤੇ ਇੱਥੇ ਆਣ ਕੇ ਪ੍ਰਚਾਰ ਕਰਨ ਲੱਗ ਜਾਵਾਂ ਵੀ ਸਾਨੂੰ 4 ਵਜੇ ਉੱਠਣਾ ਚਾਹੀਦਾ, 3 ਵਜੇ ਉੱਠਣਾ ਚਾਹੀਦਾ ਹੈ, ਤੇ ਫਿਰ ਤੁਸੀਂ ਆਖ ਤਾਂ ਨਹੀਂ ਸਕਦੇ, ਚਲੋ ਸਤਿਕਾਰ ਕਰਦੇ ਹੋ, ਚੰਗੀ ਗੱਲ ਏ, ਪਰ ਮਨ ਦੇ ਵਿੱਚ ਤਾਂ ਫਿਰ ਆਈ ਜਾਣੀ ਨਾ, ਗਿਆਨੀ ਜੀ ਆਪ ਤਾਂ ਉਦੋਂ ਉੱਠਦੇ ਨੇ ਜਦੋਂ 10-15-20 ਮਿੰਟ ਰਹਿੰਦੇ ਨੇ ਕਥਾ ਦੇ ਵਿੱਚ, ਤੇ ਦਵਾ ਦਾ ਪਿੰਡਾ ਗਿੱਲਾ ਕਰਕੇ ਆ ਜਾਂਦੇ ਨੇ ਤੇ ਸਾਨੂੰ ਕੀ ਆਖ ਰਹੇ ਨੇ। ਸੋ ਇਹੀ ਗੱਲ ਧੰਨ ਗੁਰੂ ਨਾਨਕ ਦੇਵ ਜੀ ਇੱਥੇ ਸਾਨੂੰ ਦੱਸਦੇ ਨੇ। ਮਨ ਸਾਚਾ ਮੁਖ ਸਾਚੋ ਭਾਈ। ਇੱਕ ਹੋਰ ਖਿਆਲ ਲੱਗੇ, ਆਪ ਜੀ ਨੇ ਦਰੋਣਾਚਾਰਿਆ ਦਾ ਨਾਮ ਸੁਣਿਆ ਹੋਣਾ ਹੈ। ਇਹਨਾਂ ਦਾ ਨਾਮ ਸੀ ਦਰੋਣ ਆਚਾਰਿਆ, ਤੇ ਦੋਵਾਂ ਸ਼ਬਦਾਂ ਨੂੰ ਜਦੋਂ ਜੋੜ ਕੇ ਪੜ੍ਹਿਆ ਜਾਂਦਾ ਫਿਰ ਦਰੋਣਾਚਾਰਿਆ ਬਣ ਜਾਂਦਾ। ਦਰੋਣ ਆਚਾਰਿਆ, ਆਚਾਰਿਆ ਦਾ ਅਰਥ ਹੁੰਦਾ ਧਾਰਮਿਕ ਵਿਦਿਆ ਦੇਣ ਵਾਲਾ। ਆਚਾਰਿਆ ਦਾ ਅਰਥ ਹੁੰਦਾ ਹੈ ਜਿਹੜਾ ਬੱਚਿਆਂ ਨੂੰ ਧਾਰਮਿਕ ਵਿਦਿਆ ਦੇਵੇ, ਉਹਨੂੰ ਪ੍ਰਾਤਨ ਕਾਲ ਦੇ ਵਿੱਚ ਵੇਦਾਂ ਸ਼ਾਸਤਰਾਂ ਦੇ ਵਿੱਚ ਆਚਾਰਿਆ ਆਖਿਆ ਜਾਂਦਾ ਹੈ। ਦਰੋਣਾ ਆਚਾਰਿਆ ਸਨ ਜਿਹੜੇ ਇਹ ਧਾਰਮਿਕ ਵਿਦਿਆ ਦਿਆ ਕਰਦੇ ਸਨ ਤੇ ਧਾਰਮਿਕ ਗੁਰੂ ਮੰਨੇ ਹੋਏ ਸਨ। ਤੇ ਇਸ ਤਰ੍ਹਾਂ ਭੀਸ਼ਮ ਪਿਤਾਮਹ ਜਿਹੜਾ ਇਹਨਾਂ ਨੂੰ ਸਤਵਾਦੀ ਤੇ ਜਤਵਾਦੀ ਮੰਨਿਆ ਹੋਇਆ ਸੀ। ਇਹਨਾਂ ਵਰਗਾ ਜਦੋਂ 6 ਜਤੀਆਂ ਦਾ ਨਾਮ ਗਿਣਦੇ ਨੇ ਨਾ, ਲਛਮਣ, ਹਨੂਮਾਨ, ਉਦੋਂ ਇਹਨਾਂ ਦਾ ਨਾਮ ਵੀ ਉਹਨਾਂ ਦੇ ਵਿੱਚ ਗਿਣਿਆ ਜਾਂਦਾ ਹੈ ਜਤੀਆਂ ਦੇ ਵਿੱਚ, ਭੀਸ਼ਮ ਪਿਤਾਮਹ ਜੀ।
ਹੁਣ ਇਹ ਦੋਵੇਂ ਨੇ ਜਿਹੜੇ ਵੇਖੋ, ਇੱਕ ਦਰੋਣਾ ਆਚਾਰੀਆ ਧਾਰਮਿਕ ਗੁਰੂ ਨੇ ਤੇ ਦੂਸਰਾ ਜਿਹੜਾ ਹੈ ਉਹ ਸਤਵਾਦੀ ਹੈ, ਜਤ ਸਤ ਦੇ ਵਿੱਚ ਪਰਪੱਕ ਹੈ। ਤੇ ਜਦੋਂ ਦ੍ਰੋਪਦੀ ਦੀ ਦੁਸ਼ਾਸਨ ਨੇ ਪੱਤ ਬਰਾਨ ਕਰਨ ਦਾ ਯਤਨ ਕੀਤਾ ਸੀ ਤੇ ਦੋਵੇਂ ਸਭਾ ਦੇ ਵਿੱਚ ਬੈਠੇ ਸਨ ਤੇ ਇਹਨਾਂ ਦੋਵਾਂ ਨੇ ਨਾ ਨੀਵੀਂ ਪਾ ਲਈ ਸੀ। ਜਦੋਂ ਦ੍ਰੋਪਦੀ ਨੇ ਇਹਨਾਂ ਦੇ ਚਿਹਰੇ ਵੱਲ ਵੇਖਿਆ ਨਾ ਵੀ ਮੇਰੀ ਮਦਦ ਕਰੋ, ਤੁਸੀਂ ਜਗਤ ਗੁਰੂ ਕਹਾਉਂਦੇ ਹੋ, ਦਰੋਣਾਚਾਰਿਆ ਜੀ ਧਾਰਮਿਕ ਗੁਰੂ ਹੋ ਤੇ ਤੁਸੀਂ ਜਤ ਸਤ ਦੇ ਵਿੱਚ ਪਰਪੱਕ ਹੋ। ਭੀਸ਼ਮ ਪਿਤਾਮਾ ਜੀ ਕਹਿੰਦੇ ਨੇ, ਭੀਸ਼ਮ ਪਿਤਾਮਾ ਜੀ ਨਾ ਇਤਨੇ ਅੱਗੇ ਲੰਘੇ ਹੋਏ ਸਨ ਕਿ ਤੀਰਾਂ ਦੀ ਸੇਜ ਤੇ ਇਹ ਸੁੱਤੇ ਰਹੇ ਸਨ, ਪਰ ਇਹਨਾਂ ਨੇ ਆਪਣੇ ਪ੍ਰਾਣ ਨਹੀਂ ਸਨ ਨਿਕਲਣ ਦਿੱਤੇ। ਤੇ ਜਦੋਂ ਦ੍ਰੋਪਦੀ ਨੇ ਇਹਨਾਂ ਦੇ ਮੂੰਹ ਵੱਲ ਵੇਖਿਆ ਤੇ ਇਹਨਾਂ ਨੇ ਨੀਵੀਂ ਪਾ ਲਈ ਸੀ ਵੀ ਅੱਜ ਸਾਡੇ ਤੋਂ ਨਹੀਂ ਬੋਲਿਆ ਜਾਂਦਾ। ਤੇ ਗੁਰੂ ਨਾਨਕ ਦੇਵ ਜੀ ਨੇ ਜ਼ਾਲਮ ਬਾਬਰ ਨੂੰ ਆਖਤਾ ਸੀ, ਜੋ ਬਾਬਰ ਨਹੀਂ ਜਾਬਰ ਹੈ, ਜ਼ੁਲਮ ਕਰਦਾ ਹੈ। ਇਸੇ ਤਰ੍ਹਾਂ ਆ ਨਵਾਂ ਇਤਿਹਾਸ ਇੱਕ ਹੋਰ ਮੇਰੇ ਸਾਹਮਣੇ ਆ ਗਿਆ। ਇੱਕ ਵਾਰੀ ਇੰਦਰਾ ਗਾਂਧੀ ਨੇ ਨਾ ਜਗਨਪੁਰੀ ਦੇ ਵਿੱਚ ਯਾਤਰਾ ਕਰਨ ਦੇ ਲਈ ਯਤਨ ਕੀਤਾ, ਪਰ ਸ਼ੰਕਰਾਚਾਰਿਆ ਜਿਹੜੇ ਸਨ ਨਾ ਇਹਨਾਂ ਨੂੰ ਸਨਾਤਨ ਧਰਮ ਦੇ ਵਿੱਚ ਉੱਚ ਕੋਟੀ ਦਾ ਸੰਤ ਮੰਨਿਆ ਗਿਆ ਹੈ। ਜਿਵੇਂ ਟਕਸਾਲ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹਨ, ਇਸੇ ਤਰ੍ਹਾਂ ਇਹਨਾਂ ਨੂੰ ਮੰਨਿਆ ਗਿਆ ਹੈ। ਤੇ ਦਰੋਣਾਚਾਰਿਆ ਨੇ ਕਹਿ ਦਿੱਤਾ ਸੀ ਇਹ ਨਹੀਂ ਜਾ ਸਕਦੀ ਇਸ ਪਾਵਨ ਸਥਾਨ ਤੇ। ਕਿਉਂ ਨਹੀਂ ਜਾ ਸਕਦੀ? ਕਿਉਂਕਿ ਇਹਨੂੰ ਬੇਵਿਚਾਰਨ ਆਖਿਆ ਸੀ। ਇਹਨਾਂ ਦੇ ਪਤੀ ਮੁਸਲਮਾਨ ਸਨ। ਪ੍ਰਭੂ ਵਿਚਾਰ ਮੈਂ ਕਿਸੇ ਦੇ ਕੱਪੜੇ ਨਾ ਲਾਵਾਂ, ਨਹੀਂ ਸੀ ਜਾਣ ਦਿੱਤਾ। ਤੇ ਜਦੋਂ ਇਹਨੇ ਅਟੈਕ ਕਰਾਇਆ ਸੀ ਨਾ 1984 ਦੇ ਵਿੱਚ, ਉਸੇ ਹੀ ਸ਼ੰਕਰਾਚਾਰਿਆ ਨੇ ਇਹ ਆਖਿਆ ਸੀ, ਜਦੋਂ ਫਿਰ ਸੰਤ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਇਹਨਾਂ ਨੂੰ ਸ਼ਹੀਦ ਕੀਤਾ ਸੀ, ਉਸੇ ਦਰੋਣਾਚਾਰਿਆ ਨੇ ਫਿਰ ਇਹ ਗੱਲ ਆਖੀ ਸੀ, ਭਾਈ ਬ੍ਰਹਮ ਦਾ ਅੰਤ ਹੋ ਗਿਆ, ਭਾਵ ਕਿਸੇ ਬ੍ਰਹਮ ਨੂੰ ਮਾਰਿਆ ਗਿਆ ਤਾਂ ਬ੍ਰਾਹਮਣ ਸਨ। ਹੁਣ ਵੇਖੋ, ਮੁੱਖ ਦੇ ਵਿੱਚੋਂ ਜ਼ੁਬਾਨ ਦੇ ਨਾਲ ਉਹੀ ਸ਼ਬਦ ਆਖ ਰਿਹਾ ਵੀ ਵਿਭਚਾਰਨ ਹੈ, ਇਹ ਇਸ ਪਾਵਨ ਸਥਾਨ ਤੇ ਨਹੀਂ ਜਾ ਸਕਦੀ। ਤੇ ਉਸੇ ਜ਼ੁਬਾਨ ਦੇ ਨਾਲ ਉਹੀ ਸ਼ੰਕਰਾਚਾਰਿਆ ਇਹ ਆਖ ਰਿਹਾ ਵੀ ਇਹ ਬ੍ਰਾਹਮਣੀ ਹੈ। ਇਸ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ, ਮਨ ਸੱਚਾ। ਇਹਨਾਂ ਤੋਂ ਹੁਣ ਮਨ ਨਹੀਂ ਸੱਚਾ ਹੈਗਾ। ਗੁਰਬਾਣੀ ਇਸ ਮਨ ਨੂੰ ਸੱਚਾ ਨਹੀਂ ਆਖਦੀ ਜੋ ਸੱਚ ਨਹੀਂ ਬੋਲ ਸਕਦਾ। ਮਨ ਸੱਚਾ, ਮੁਖ ਸਾਚੋ ਪਾਏ। ਜਿੰਦਾ ਮਨ ਸੱਚਾ ਹੈ ਉਹਦੇ ਮੂੰਹ ਦੇ ਵਿੱਚੋਂ ਸੱਚੀ ਗੱਲ ਆਖੀ ਹੋਈ ਚੰਗੀ ਲੱਗਦੀ ਹੈ ਜੀ। ਸੱਚ ਨਿਸ਼ਾਨ ਠਾਕ ਨਾ ਪਾਏ। ਨਿਸ਼ਾਨ ਦਾ ਅਰਥ ਹੁੰਦਾ ਚਿੰਨ੍ਹ। ਇਹਦਾ ਅਰਥ ਫਿਰ ਟਿਕਟ ਵੀ ਕਰ ਲੈਂਦੇ ਨੇ, ਇਸ ਦਾ ਅਰਥ ਫਿਰ ਪਰਵਾਨਾ ਵੀ ਕਰ ਲੈਂਦੇ ਨੇ। ਸੱਚ ਨਿਸ਼ਾਨ ਹੈ ਜਿੰਦੇ ਮੋਹਰ ਲੱਗੀ, ਇਹਦਾ ਅਰਥ ਮੋਹਰ ਵੀ ਕਰਦੇ ਨੇ। ਜਿੰਦੇ ਮਨ ਦੇ ਵਿੱਚ ਸੱਚੇ, ਉਹਦੇ ਮੂੰਹ ਦੇ ਵਿੱਚੋਂ ਸੱਚੀ ਗੱਲ ਆਖੀ ਜਿਹੜੀ ਉਹ ਬੜੀ ਚੰਗੀ ਲੱਗੇਗੀ। ਸੱਚ ਨਿਸ਼ਾਨੇ। ਇਸ ਤਰ੍ਹਾਂ ਫਿਰ ਸੱਚ ਦੀ ਮੋਹਰ ਲੱਗੀ ਹੈ ਨਾ, ਜਿਹੜੇ ਮਨ ਦੇ ਉੱਤੇ ਠਾਕ ਨਾ ਪਾਏ, ਉਹਨੂੰ ਫਿਰ ਕੋਈ ਰੋਕ ਨਹੀਂ ਸਕਦਾ, ਉਹ ਨਹੀਂ ਰੋਕਿਆ ਜਾਏਗਾ। ਸੱਚ ਨਿਸ਼ਾਨ ਹੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿੰਦੇ ਸੱਚ ਦੀ ਮੋਹਰ ਲੱਗ ਗਈ ਹੈ ਮਨ ਦੇ ਉੱਤੇ, ਜਿਹੜਾ ਸੱਚ ਦਾ ਧਾਰਨੀ ਹੋ ਗਿਆ ਹੈ, ਮਨ ਕਰਕੇ ਸੱਚਾ ਹੈ, ਠਾਕ ਨਾ ਪਾਏ, ਉਹਨੂੰ ਫਿਰ ਕੋਈ ਵੀ ਰੋਕ ਨਹੀਂ ਸਕਦਾ। ਨਾ ਜਮਰਾਜ ਰੋਕ ਸਕਦੇ ਨੇ, ਨਾ ਧਰਮਰਾਜ ਰੋਕ ਸਕਦਾ ਹੈ। ਉਹ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦਾ ਹੈ ਜੀ। ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ। ਅਸ਼ਟਮੀ ਦਾ ਸਿਧਾਂਤ ਲੈ ਕੇ ਧੰਨ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ, ਅਸ਼ਟ ਸਿੱਧ ਬੁੱਧ ਸਾਧੈ। ਅਸ਼ਟ ਸਿੱਧ ਇਹ 18 ਸਿੱਧੀਆਂ ਮੰਨੀਆਂ ਗਈਆਂ ਨੇ, 9 ਨਿਧੀਆਂ ਮੰਨੀਆਂ ਗਈਆਂ ਨੇ। ਸਿੱਧ ਬੁੱਧ ਸਾਧੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹਨਾਂ ਚੱਕਰਾਂ ਦੇ ਵਿੱਚ ਨਾ ਪਵੇ। ਇਹ ਰਿਧੀਆਂ ਸਿੱਧੀਆਂ ਨੇ ਨਾ ਜਿਹੜੀਆਂ, ਇਹਨਾਂ ਚੱਕਰਾਂ ਦੇ ਵਿੱਚ ਨਾ ਪਵੇ। ਬੁੱਧ ਸਾਧੇ, ਆਪਣੀ ਬੁੱਧੀ ਨੂੰ ਹੀ ਸਾਧਨਾ ਕਰੇ, ਭਾਵ ਆਪਣੀ ਬੁੱਧੀ ਹੈ ਜਿਹੜੀ, ਇਹਨੂੰ ਹੀ ਪਵਿੱਤਰ ਕਰਨ ਦਾ ਯਤਨ ਕਰੇ। ਬੁੱਧੀ ਜਿਤਨੀ ਪਵਿੱਤਰ ਹੋ ਜਾਏਗੀ, ਮਨ ਦੁਆਰਾ ਕੀਤੀਆਂ ਗਈਆਂ ਵਿਚਾਰਾਂ, ਮਨ ਦੁਆਰਾ ਲਏ ਗਏ ਜਿਹੜੇ ਫੈਸਲੇ ਨੇ ਨਾ, ਉਹਨਾਂ ਦੇ ਉੱਤੇ ਫਿਰ ਸਹੀ ਫੈਸਲਾ, ਸਹੀ ਨਿਰਣਾ ਜਿਹੜਾ ਇਹ ਬੁੱਧੀ ਨੇ ਕਰਨਾ ਹੈ। ਮਨ ਵਿਚਾਰਾਂ ਦਾ ਸਮੂਹ ਹੈ, ਮਨ ਵਿਚਾਰਾਂ ਕਰਦਾ ਹੈ। ਮਨ ਹੈ ਜਿਹੜਾ ਇਹ ਚੰਗੀਆਂ ਤੇ ਮਾੜੀਆਂ ਦੋਵੇਂ ਵਿਚਾਰਾਂ ਕਰਦਾ ਹੈ। ਜਿਵੇਂ ਇੱਕ ਬੱਚਾ ਹੈ ਨਾ, ਕਈ ਵਾਰੀ ਉਹ ਬੜੀ ਅਮੋਲਕ ਗੱਲ ਆਖ ਜਾਂਦਾ ਹੈ, ਬੜੀ ਚੰਗੀ ਗੱਲ ਆਖ ਜਾਂਦਾ ਤੇ ਸਾਰਿਆਂ ਨੂੰ ਪਿਆਰੀ ਲੱਗਦੀ ਹੈ। ਉਹੀ ਬੱਚਾ ਕਈ ਵਾਰੀ ਨਾ
ਇਸ ਤਰ੍ਹਾਂ ਦੀ ਗੱਲ ਆਖ ਜਾਂਦਾ ਜਿਹੜੀ ਨਾਯੋਗ ਜੀ ਹੁੰਦੀ ਏ। ਤੇ ਹੁਣ ਜਿਹੜਾ ਉਹਦੇ ਤੇ ਫੈਸਲਾ ਉਹ ਕਰਨਾ ਹੈ ਸਿਆਣੇ ਬੰਦੇ ਨੇ, ਵੀ ਇਹਨੇ ਜਿਹੜੀ ਗੱਲ ਆਖੀ ਹੈ ਸਹੀ ਆਖੀ ਹੈ ਕਿ ਗਲਤ ਆਖੀ ਹੈ। ਜੇ ਸਹੀ ਆਖੀ ਹੈ ਤੇ ਫਿਰ ਆਪਾਂ ਕਹਿ ਦਿਆਂਗੇ ਵੀ ਹਾਂ ਬੱਚੇ ਨੇ ਜਿਹੜੀ ਗੱਲ ਆਖੀ ਠੀਕ ਆਖੀ। ਜੇ ਸਹੀ ਨਹੀਂ ਤੇ ਫਿਰ ਅਸੀਂ ਉਹਦੇ ਆਖੇ ਨਹੀਂ ਲੱਗਾਂਗੇ, ਕਹਿ ਦਿਆਂਗੇ ਨਹੀਂ ਪੁੱਤਰ ਤੂੰ ਅਜੇ ਬੱਚਾ ਹੈ, ਤੇਰੇ 'ਚ ਇਤਨੀ ਸਿਆਣਪ ਨਹੀਂ, ਇਹ ਕੰਮ ਇਸ ਤਰ੍ਹਾਂ ਨਹੀਂ ਹੋਵੇਗਾ, ਇਸ ਤਰ੍ਹਾਂ ਹੋਵੇਗਾ। ਮਨ ਵਿਚਾਰਾਂ ਦਾ ਸਮੂਹ ਹੈ, ਮਨ ਦੇ ਵਿੱਚ ਚੰਗੀਆਂ ਤੇ ਮਾੜੀਆਂ ਵਿਚਾਰਾਂ ਨੇ ਜਿਹੜੀਆਂ ਇਹ ਆਉਂਦੀਆਂ ਰਹਿੰਦੀਆਂ ਨੇ। ਫੈਸਲਾ ਕਰਨਾ ਹੁੰਦਾ ਬੁੱਧੀ ਨੇ, ਤੇ ਬੁੱਧੀ ਹੈ ਜਿਹੜੀ ਇਹ ਗੁਰੂ ਦੀ ਮੱਤ ਵਾਲੀ ਹੋਵੇ, ਗੁਰੂ ਦੀ ਬੁੱਧ ਵਾਲੇ ਅਸੀਂ ਹੋਈਏ, ਬੁੱਧੀ ਸਾਡੀ ਸ੍ਰੇਸ਼ਟ ਹੋਵੇ। ਧੰਨ ਗੁਰੂ ਮਹਾਰਾਜ ਜੀ ਸਾਨੂੰ ਇਹ ਦੱਸ ਰਹੇ ਨੇ, ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੇ। ਬੁੱਧੀ ਨੂੰ ਜਿਹਨੇ ਸਾਧ ਲਿਆ ਨਾ, ਜਿਹਨੇ ਬੁੱਧੀ ਨੂੰ ਪਵਿੱਤਰ ਕਰ ਲਿਆ, ਜਿੰਦੀ ਬੁੱਧੀ ਸਹੀ ਫੈਸਲਾ ਲੈਣ ਲੱਗ ਗਈ ਏ, ਉਹਦੇ ਕੋਲ 18 ਸਿੱਧੀਆਂ ਆ ਜਾਂਦੀਆਂ ਹਨ ਜੀ। ਸੱਚ ਨਹਿ ਕੇਵਲ ਕਰਮ ਅਰਾਧੈ। ਨਹੀਂ ਕੇਵਲ ਦਾ ਅਰਥ ਹੁੰਦਾ ਹੈ ਨਿਰੋਲ, ਜਿੰਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਮਿਲਾਵਟ ਨਾ ਹੋਵੇ। ਜਿਵੇਂ ਖਾਲਸ ਦਾ ਅਰਥ ਵੀ ਨਿਰੋਲ ਹੁੰਦਾ ਹੈ, ਜਿੰਦੇ ਵਿੱਚ ਕੋਈ ਮਿਲਾਵਟ ਨਾ ਹੋਵੇ। ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਭਗਤ ਕਬੀਰ ਜੀ ਦਾ ਸ਼ਬਦ ਹੈ, ਜਨ ਭਏ ਖਾਲਸੇ ਪ੍ਰੇਮ ਭਗਤ। ਜਦੋਂ ਬੰਦਾ ਅੰਦਰੋਂ ਬਿਲਕੁਲ ਸ਼ੁੱਧ ਤੇ ਪਵਿੱਤਰ ਹੋ ਜਾਂਦਾ ਨਾ, ਫਿਰ ਉਹਨੂੰ ਪਤਾ ਲੱਗਦਾ ਪ੍ਰੇਮਾ ਭਗਤੀ ਦਾ ਆਨੰਦ ਕੀ ਹੈ ਤੇ ਪ੍ਰੇਮਾ ਭਗਤੀ ਹੈ ਕੀ। ਜਦੋਂ ਤੱਕ ਅੰਦਰੋਂ ਸ਼ੁੱਧ ਪਵਿੱਤਰ ਨਹੀਂ ਹੁੰਦਾ, ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਤੱਕ ਇਹ ਖਾਲਸ ਨਹੀਂ ਹੋਇਆ, ਪਵਿੱਤਰ ਸ਼ੁੱਧ ਨਹੀਂ ਅੰਦਰੋਂ ਹੋਇਆ, ਅੰਦਰ ਮੈਲ ਏ, ਉਦੋਂ ਤੱਕ ਇਹਨੂੰ ਪ੍ਰੇਮਾ ਭਗਤੀ ਹੈ ਜਿਹੜੀ ਉਹਦੀ ਮਰਿਆਦਾ, ਉਹਦਾ ਗਿਆਨ ਨਹੀਂ ਆਏਗਾ। ਨਹੀਂ ਕੇਵਲ ਦਾ ਅਰਥ ਵੀ ਅੰਦਰ ਦੀ ਸ਼ੁੱਧਤਾ ਹੀ ਹੈ। ਕੇਵਲ ਤੇ ਕੇਵਲ ਅੰਦਰ ਪਵਿੱਤਰ ਹੋ ਜਾਣਾ। ਸੱਚ ਨੇ ਕੇਵਲ, ਜਿਨ੍ਹਾਂ ਦੇ ਅੰਦਰ ਕੇਵਲ ਤੇ ਕੇਵਲ ਸੱਚ ਹੈ, ਕਰਮ ਅਰਾਧੇ, ਉਹਨਾਂ ਤੇ ਬੜੀ ਬਖਸ਼ਿਸ਼ ਹੋਈ। ਇੱਥੇ ਕਰਮ ਦਾ ਅਰਥ ਬਖਸ਼ਿਸ਼ ਹੈ, ਰਹਿਮਤ ਹੈ। ਕਰਮ ਅਰਾਧੇ, ਉਹਨਾਂ ਤੇ ਬੜੀ ਬਖਸ਼ਿਸ਼ ਹੋ ਗਈ, ਉਹ ਫਿਰ ਸੱਚੇ ਸਤਿਗੁਰ ਦੀ ਪ੍ਰੇਮਾ ਭਗਤੀ ਦੀ ਆਰਾਧਨਾ ਕਰਦੇ ਹਨ ਜੀ। ਪਵਨ ਪਾਣੀ ਅਗਨੀ ਵਿਸਰਾਓ। ਧੰਨ ਗੁਰਬਾਣੀ ਦੇ ਅੰਦਰ ਕੁਝ ਸ਼ਬਦ ਆਉਂਦੇ ਨੇ, ਉਹਨਾਂ ਨੂੰ ਥੋੜਾ ਜਿਹਾ ਡੰਗਾਈ ਦੇ ਨਾਲ ਫਿਰ ਸਮਝਣਾ ਪੈਂਦਾ ਹੈ। ਜਿਵੇਂ ਵੇਖੋ, ਪੌਣ ਪਾਣੀ ਅਗਨੀ ਵਿਸਰਾਓ, ਹੁਣ ਇਹਨਾਂ ਨੂੰ ਛੱਡਣਾ ਨਹੀਂ। ਵਿਸਰਾਓ ਦਾ ਅਰਥ ਹੁੰਦਾ ਛੱਡ ਦੇਣਾ, ਪੌਣ ਦਾ ਅਰਥ ਹੈ ਹਵਾ, ਪਾਣੀ ਦਾ ਅਰਥ ਹੈ ਪਾਣੀ, ਅਗਨੀ ਦਾ ਅਰਥ ਹੈ ਅੱਗ। ਵਿਸਰਾਓ, ਹੁਣ ਜੇ ਆਪਾਂ ਅੱਖਰੀ ਅਰਥ ਕਰਦੇ ਹਾਂ ਨਾ, ਫਿਰ ਇਹਦਾ ਅਰਥ ਬਣਦਾ ਵੀ ਪਾਣੀ ਵੀ ਛੱਡ ਦਿਓ, ਹਵਾ ਵੀ ਛੱਡ ਦਿਓ ਤੇ ਅੱਗ ਵੀ ਛੱਡ ਦਿਓ। ਇਹਦਾ ਅੰਤਰੀਵ ਅਰਥ ਹੈ। ਗੁਰਬਾਣੀ ਦੇ ਅੰਦਰ ਕਈ ਇਸ ਤਰ੍ਹਾਂ ਦੇ ਸ਼ਬਦ ਨੇ, ਉਹਨਾਂ ਦੇ ਅੱਖਰੀ ਅਰਥ ਹੈ ਹੀ ਨਹੀਂ, ਕਰ ਹੀ ਨਹੀਂ ਸਕਦੇ ਅਸੀਂ। ਜੇ ਕਰਾਂਗੇ ਤੇ ਜਿਵੇਂ ਹੁਣ ਵੇਖੋ ਗਲਤ ਲੱਗਦੇ ਨੇ ਵੀ ਪਾਣੀ ਤੋਂ ਬਿਨਾਂ, ਹਵਾ ਤੋਂ ਬਿਨਾਂ ਤੇ ਅੱਗ ਤੋਂ ਬਿਨਾਂ ਅਸੀਂ ਕਿਵੇਂ ਬਚ ਸਕਦੇ ਹਾਂ। ਤੇ ਗੁਰੂ ਮਹਾਰਾਜ ਜੀ ਕਹਿ ਰਹੇ ਨੇ ਬਿਸਰਾਓ ਨਹੀਂ, ਇਹਦਾ ਅੰਤਰੀਵ ਅਰਥ ਹੈ। ਅੱਖਰੀ ਅਰਥ ਭਾਵ ਅਰਥ ਦਾਸ ਨੇ ਦੱਸ ਦਿੱਤੇ ਜੀ, ਤੇ ਚਲੋ ਅੱਜ ਸੁਭਾਗ ਬਣ ਗਿਆ, ਆਪਾਂ ਅੰਤਰੀਵ ਅਰਥ ਵੀ ਸਮਝ ਲੈਂਦੇ ਹਾਂ। ਹੁਣ ਅੰਤਰੀਵ ਅਰਥ ਇਹਦਾ ਕੀ ਹੈ, ਪੌਣ ਹਵਾ ਹੈ ਨਾ ਜਿਹੜੀ, ਇਹ ਜਿੱਥੋਂ ਵੀ ਗੁਜ਼ਰਦੀ ਏ, ਉੱਥੋਂ ਜੇ ਫੁੱਲਾਂ ਦੀ ਸੁਗੰਧੀ ਹੁੰਦੀ ਹੈ ਤੇ ਹਵਾ ਸੁਗੰਧੀ ਵਾਲੀ ਹੋ ਜਾਂਦੀ ਹੈ। ਜੇ ਗੰਦਗੀ ਹੈ ਤੇ ਹਵਾ ਗੰਦਗੀ ਵਾਲੀ ਹੋ ਜਾਂਦੀ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਬਿਸਰਾਓ, ਇਸ ਸੁਭਾਅ ਨੂੰ ਛੱਡਣਾ ਕਰੋ। ਕਿਹੜੇ ਨੂੰ? ਜਿਹੜਾ ਹਵਾ ਵਾਲਾ ਸੁਭਾਅ ਹੈ। ਪੌਣ ਬਿਸਰਾਓ, ਹਵਾ ਨੂੰ ਛੱਡੋ, ਭਾਵ ਜਿਹੜਾ ਹਵਾ ਦਾ ਸੁਭਾਅ ਹੈ ਨਾ, ਉਹ ਸੁਭਾਅ ਅਸੀਂ ਛੱਡ ਦਈਏ। ਹਵਾ ਦਾ ਕੀ ਸੁਭਾਅ ਹੈ? ਜੇ ਗੰਦਗੀ ਦੇ ਵਿੱਚੋਂ ਜਾਂਦੀ ਹੈ ਤੇ ਹਵਾ ਗੰਦਗੀ ਹੋ ਜਾਂਦੀ, ਬਦਬੂ ਵਾਲੀ ਹੋ ਜਾਂਦੀ ਹੈ। ਜੇ ਕਿਸੇ ਫੁੱਲਾਂ ਦੀ ਕਿਆਰੀ ਦੇ ਕੋਲੋਂ ਜਾਂ ਮਹਿਕ ਵਾਲੀ ਥਾਂ ਤੋਂ ਲੰਘਦੀ ਤੇ ਸੁਗੰਧੀ ਵਾਲੀ ਹੋ ਜਾਂਦੀ ਹੈ। ਜਿਨ੍ਹਾਂ ਦਾ ਇਸ ਤਰ੍ਹਾਂ ਦਾ ਸੁਭਾਅ ਹੈ, ਜੇ ਚੰਗੀ ਸੰਗਤ ਮਿਲੀ ਗਈ ਤੇ ਨਾਮ ਜਪਣ ਲੱਗ ਗਏ ਨੇ, ਵਾਹਿਗੁਰੂ ਵਾਹਿਗੁਰੂ ਆਖਣ ਲੱਗ ਗਏ ਨੇ, ਤੇ ਜੇ ਮਾੜੀ ਸੰਗਤ ਮਿਲੀ ਹੈ ਤੇ ਹਟੇ ਉੱਥੇ ਵੀ ਨਹੀਂ। ਕਈ ਗੁਰੂ ਸਵਾਰੇ ਨੇ, ਗੁਰੂ ਘਰ ਵੀ ਆਉਂਦੇ ਨੇ। ਮੈਂ ਕਹਿਨੂੰ ਸੰਕੋਚ ਨਾ ਹੀ ਕਰਾਂ, ਦਾਸ ਨੇ ਨਾ ਪਿੱਛੇ ਜਾ ਇੱਕ ਦੋ ਇਸ ਤਰ੍ਹਾਂ ਦੇ ਫੇਸਬੁੱਕ ਤੇ ਪ੍ਰਾਣੀ ਵੇਖੇ ਨੇ, ਉਮਰ ਵੀ ਉਹਨਾਂ ਦੀ, ਦਾੜਾ ਵੀ ਚਿੱਟਾ ਤੇ ਗਾਤਰਾ ਸਾਹਿਬ ਵੀ ਪਾਇਆ ਤੇ ਆਰਕੈਸਟਰਾ ਦੇ ਨਾਲ ਨੱਚ ਵੀ ਰਹੇ ਨੇ। ਇੱਕ ਤਾਂ ਨਿਹੰਗ ਸਿੰਘ ਸੀ, ਵੇਖ ਕੇ ਬੜੀ ਬੇਸ਼ਰਮੀ ਆਈ, ਬੋਤਲ ਮੂੰਹ ਨੂੰ ਲਾਈ ਸੀ ਉਸਨੇ। ਹੁਣ ਇਹ ਕੀ ਇਹ ਹਵਾ ਵਰਗੇ ਨੇ, ਜਿਸ ਤਰ੍ਹਾਂ ਦੀ ਸੰਗਤ ਮਿਲੀ ਤੇ ਉਸ ਤਰ੍ਹਾਂ ਦੇ ਹੋ ਗਏ। ਬੜੇ ਦੁੱਖ ਦੇ ਨਾਲ ਗੱਲ ਆਖਣੀ ਪਈ ਏ। ਪੌਣ ਹਵਾ ਦਾ ਸੁਭਾਅ ਹੈ, ਜਿੱਥੋਂ ਲੰਘਦੀ ਉਸ ਤਰ੍ਹਾਂ ਦੀ ਹੋ ਜਾਂਦੀ, ਤੇ ਅਸੀਂ ਇਸ ਤਰ੍ਹਾਂ ਨਹੀਂ ਹੋਣਾ। ਜਿਸ ਤਰ੍ਹਾਂ ਦੀ ਜੇ ਮਾੜੀ ਸੰਗਤ ਮਿਲੀ ਤੇ ਮਾੜੇ ਨਹੀਂ ਹੋਣਾ,
ਜੇ ਚੰਗੀ ਸੰਗਤ ਮਿਲੀਏ ਤੇ ਚੰਗੇ ਨਹੀਂ ਹੋਣਾ, ਫਿਰ ਹੋਣਾ ਕਿਵੇਂ ਦੇ ਹੈ? ਗੁਰੂ ਦੀ ਮੱਤ ਵਾਲੇ। ਗੁਰੂ ਦੀ ਮੱਤ ਤੋਂ ਦੂਰ ਨਹੀਂ ਜਾਣਾ। ਪਾਣੀ ਦਾ ਵੀ ਇਹੀ ਸੁਭਾਅ ਹੈ, ਇਹਦੇ 'ਚ ਲਾਲ ਰੰਗ ਪਾ ਦਿਓਗੇ ਤੇ ਪਾਣੀ ਲਾਲ ਹੋ ਜਾਏਗਾ, ਕਾਲਾ ਪਾ ਦਿਓਗੇ ਤੇ ਕਾਲਾ ਹੋ ਜਾਏਗਾ। ਉਸੇ ਤਰ੍ਹਾਂ ਜੇ ਦੁੱਖ ਆ ਗਿਆ ਤੇ ਅਸੀਂ ਲਾਲ ਪੀਲੇ ਨਹੀਂ ਹੋ ਜਾਣਾ, ਗੁੱਸੇ ਦੇ ਵਿੱਚ ਨਹੀਂ ਆ ਜਾਣਾ। ਤੇ ਜੇ ਸੁੱਖ ਆ ਗਿਆ ਤੇ ਫਿਰ ਨਿਤਨੇਮ ਨਹੀਂ ਛੱਡ ਦੇਣਾ। ਤਾਂ ਬੜਾ ਸੁੱਖ ਹੈ, ਉਦੋਂ ਨਿਤਨੇਮ ਨਹੀਂ ਛੱਡ ਦੇਣਾ। ਅਗਨੀ ਅੱਗੇ ਜਿਹੜੀ ਜਦੋਂ ਸਾੜਦੀ ਹੈ ਨਾ, ਇਹ ਫਿਰ ਚੰਗਾ ਤੇ ਮਾੜਾ ਨਹੀਂ ਵੇਖਦੀ। ਵੇਖੋ ਸਾਡੀ ਫਸਲ ਵੀ ਕਈ ਵਾਰੀ ਨੁਕਸਾਨ ਕਰ ਦਿੰਦੀ ਹੈ। ਹੁਣ ਇਹਨੂੰ ਨਹੀਂ ਨਾ ਪਤਾ ਵੀ ਇਹ ਦਾਣੇ ਨੇ ਤੇ ਕਈਆਂ ਨੇ ਖਾਣੇ ਨੇ। ਇਸ ਤਰ੍ਹਾਂ ਦੇ ਵੀ ਅਸੀਂ ਨਹੀਂ ਹੋਣਾ ਚਾਹੀਦਾ ਵੀ ਚੰਗੇ ਮਾੜੇ ਸਾਰਿਆਂ ਨੂੰ ਅਸੀਂ ਦਰੀ ਜਾਈਏ। ਜੇ ਚੰਗਾ ਹੈ ਤੇ ਉਹਨੂੰ ਵੀ ਕੁੱਟ ਦਈਏ, ਤੇ ਜੇ ਮਾੜਾ ਹੈ ਤੇ ਉਹਨੂੰ ਵੀ ਕੁੱਟ ਦਈਏ। ਜੇ ਚੰਗਾ ਤੇ ਉਹਦਾ ਵੀ ਹੱਕ ਮਾਰ ਲਈਏ, ਤੇ ਜੇ ਮਾੜਾ ਹੈ ਤੇ ਉਹਦਾ ਵੀ ਹੱਕ ਮਾਰ ਲਈਏ। ਇਹ ਤਿੰਨ ਗੱਲਾਂ ਜਿਹੜੀਆਂ ਨੇ ਨਾ, ਤਿੰਨ ਪੌਣ, ਪਾਣੀ, ਅਗਨੀ, ਬਿਸਰਾਓ। ਬਿਸਰਾਓ ਦਾ ਅਰਥ ਹੁੰਦਾ ਛੱਡਣਾ। ਬਿਸਰਾਓ ਦਾ ਅਰਥ ਹੈ ਛੱਡਣਾ। ਤੇ ਗੁਰੂ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਕੀ ਬਾਤ ਮੇਂ ਭੀ ਬਾਤ ਹੈ, ਅੰਤਰੀ ਵਰਤੇ ਸਦਾ ਪੌਣ ਹਵਾ। ਹਵਾ ਦੇ ਸੁਭਾਅ ਵਰਗਾ ਸਾਡਾ ਸੁਭਾਅ ਨਹੀਂ ਹੋਣਾ ਚਾਹੀਦਾ। ਜੇ ਚੰਗੀ ਮਿਲੀ ਤੇ ਅਸੀਂ ਚੰਗੇ ਹੋ ਗਏ ਹਾਂ, ਜੇ ਮਾੜੀ ਮਿਲੀ ਤੇ ਮਾੜੇ ਹੋ ਗਏ ਹਾਂ। ਪਾਣੀ ਦੀ ਤਰ੍ਹਾਂ ਜੇ ਕਿਤੇ ਦੁੱਖ ਆ ਗਿਆ ਤੇ ਕ੍ਰੋਧਵਾਨ ਲਾਲ ਪੀਲੇ ਨਹੀਂ ਹੋਣਾ, ਤੇ ਜੇ ਕਿਤੇ ਸੁੱਖ ਆ ਗਿਆ ਤੇ ਉਦੋਂ ਨਿਤਨੇਮ ਨਹੀਂ ਛੱਡ ਦੇਣਾ। ਉਸ ਖੁਸ਼ੀ ਦੇ ਵਿੱਚ ਹੀ ਸਮਾਂ ਜਿਹੜਾ ਨਾ ਉਹ ਨਹੀਂ ਗੁਜ਼ਾਰ ਦੇਣਾ। ਤੇ ਅੱਗ ਦੀ ਤਰ੍ਹਾਂ ਨਾ ਜਿਹੜਾ ਇਹ ਚੰਗੇ ਮਾੜੇ ਸਾਰਿਆਂ ਨੂੰ ਨਹੀਂ ਸਾੜਦੇ ਦੇਣਾ। ਬਿਸਰਾਓ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹਨਾਂ ਦੇ ਸੁਭਾਅ ਨੇ ਜਿਹੜੇ ਉਹ ਆਪਣੇ ਅੰਦਰੋਂ ਦੂਰ ਕਰਨਾ ਕਰੋ ਜੀ। ਤਹੀ ਨਿਰੰਜਨ ਸਾਚੋ ਨਾਉ। ਤਹੀ ਦਾ ਅਰਥ ਹੁੰਦਾ ਉੱਥੇ। ਤੇ ਉੱਥੇ ਕਿੱਥੇ? ਜਿਹੜੇ ਗੁਰੂ ਸਵਾਰੇ ਨੇ ਧੰਨ ਗੁਰਬਾਣੀ ਤੋਂ ਗਿਆਨ ਦੀ ਦਾਤ ਲੈ ਕੇ ਨਾ, ਪੌਣ, ਪਾਣੀ, ਅਗਨੀ, ਬਿਸਰਾਓ, ਇਹਨਾਂ ਤਿੰਨਾਂ ਦੇ ਜਿਹੜੇ ਇਹ ਸੁਭਾਅ ਨੇ ਉਹਨਾਂ ਨੂੰ ਛੱਡ ਦਿੱਤਾ ਹੈ। ਮਾੜੀ ਸੰਗਤ ਦੇ ਵਿੱਚ ਮਾੜਾ ਨਹੀਂ ਹੁੰਦਾ, ਤੇ ਖੁਸ਼ੀ ਦੇ ਸਮੇਂ ਨਿਤਨੇਮ ਨਹੀਂ ਛੱਡਦਾ, ਦੁੱਖ ਦੇ ਸਮੇਂ ਕ੍ਰੋਧਵਾਨ ਗੁੱਸੇ ਵਿੱਚ ਨਹੀਂ ਹੁੰਦਾ। ਕਈ ਇਸ ਤਰ੍ਹਾਂ ਦੇ ਹੁੰਦੇ ਨੇ, ਜਦੋਂ ਕਿਤੇ ਦੁੱਖ ਹੁੰਦਾ ਨਾ ਫਿਰ ਗੁਰੂ ਨੂੰ ਵੀ ਕਹਿ ਦਿੰਦੇ ਨੇ, ਲੈ ਸਾਡਾ ਕਿਹੜਾ ਇਹਨੇ ਕੰਮ ਕੀਤਾ ਹੈ। ਅਗਨੀ, ਬਿਸਰਾਓ। ਤੇ ਅਗਨ ਦੀ ਤਰ੍ਹਾਂ ਨਾ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਚੰਗਾ ਕਿਹੜਾ ਤੇ ਮਾੜਾ ਕਿਹੜਾ। ਸਾਰਿਆਂ ਨੂੰ ਇੱਕੇ ਰੱਸੀ ਬੰਨੀ ਜਾਂਦੇ ਨੇ, ਭਾਵੇਂ ਕੋਈ ਚੰਗਾ ਹੋਵੇ ਤੇ ਭਾਵੇਂ ਮਾੜਾ ਹੋਵੇ। ਬਿਸਰਾਓ। ਤਹੀ ਨਿਰੰਜਨ, ਜਿਹਨੇ ਇਹ ਤਿੰਨਾਂ ਤੱਤਾਂ ਤੋਂ ਔਗਣ ਜਿਹੜੇ ਨੇ ਉਹ ਛੱਡ ਦਿੱਤੇ ਨੇ। ਤਹੀ ਨਿਰੰਜਨ, ਉੱਥੇ ਰੱਬ ਹੈ। ਸਾਚੋ ਨਾਮ, ਤੇ ਉਹਦੇ ਅੰਦਰ ਸੱਚੇ ਸਤਿਗੁਰ ਦੇ ਸੱਚੇ ਨਾਮ ਦਾ ਵਾਸਾ ਹੋ ਗਿਆ ਹੈ ਜੀ। ਇਸ ਮਹਿ ਮਨੁਆ ਰਹਿਆ ਲਿਵ ਲਾਏ। ਉਸ ਗੁਰੂ ਸਵਾਰੇ ਦਾ, ਉਸ ਪਰਮਾਤਮਾ ਦੇ ਵਿੱਚ ਮਨ ਇਹਨਾਂ ਜਿਹੜਾ ਇਹ ਲੱਗਿਆ ਰਹਿੰਦਾ ਹੈ। ਮਨ ਕਿੱਥੇ ਲੱਗਿਆ ਰਹਿੰਦਾ ਹੈ? ਤਿਸ ਮੈਂ, ਉਸ ਦੇ ਵਿੱਚ, ਪਰਮਾਤਮਾ ਦੇ ਵਿੱਚ, ਵਾਹਿਗੁਰੂ ਦੇ ਵਿੱਚ ਮਨੁਆ ਰਹਿਆ ਲਿਵ ਲਾਏ, ਪ੍ਰੀਤ ਲਾ ਕੇ ਰੱਖਦਾ ਹੈ, ਜਿੰਦੇ ਤੇ ਸੱਚੇ ਸਤਿਗੁਰ ਦੀ ਰਹਿਮਤ ਬਖਸ਼ਿਸ਼ ਕਿਰਪਾ ਹੋ ਗਈ ਹੈ ਜੀ। ਅਨਵਤ ਨਾਨਕ ਕਾਲ ਨ ਖਾਏ। ਧੰਨ ਗੁਰੂ ਨਾਨਕ ਦੇਵ ਜੀ ਬੜੀ ਨਿਮਰਤਾ ਦੇ ਸਹਿਤ ਪਾਵਨ ਸ਼ਬਦ ਦੇ ਅੰਦਰ ਦਰਜ ਕਰਦੇ ਨੇ, ਕਾਲ ਨਾ ਖਾਏ। ਇਹਨੂੰ ਫਿਰ ਜਿਹੜਾ ਇਹ ਕਲਯੁਗ ਅਸੀਂ ਕਹਿੰਦੇ ਨਾ ਵੀ ਬੜਾ ਮਾੜਾ ਹੋ ਗਿਆ, ਨਹੀਂ, ਇਹ ਉਹਨਾਂ ਵਾਸਤੇ ਨਹੀਂ ਮਾੜਾ ਹੋਇਆ ਜਿਨ੍ਹਾਂ ਦੇ ਉੱਤੇ ਸੱਚੇ ਸਤਿਗੁਰ ਦੀ ਕਿਰਪਾ ਹੈ। ਬਾਬਾ ਫਰੀਦ ਜੀ ਦਾ ਇੱਕ ਸ਼ਬਦ ਹੁੰਦਾ ਹੈ, ਫਰੀਦਾ ਤੇਰੀ ਝੋਪੜੀ ਗਲ ਕੱਟੀਆਂ ਕੇ ਪਾਸ, ਜੋ ਕਰਨਗੇ ਸੋ ਭਰਨਗੇ ਤੈ ਕੋ ਪਇਓ ਉਦਾਸ। ਬਾਬਾ ਫਰੀਦ ਜੀ ਕਹਿੰਦੇ ਨੇ, ਇੱਕ ਵਾਰੀ ਇਹਨਾਂ ਨੇ ਵੀ ਇਸ ਤਰ੍ਹਾਂ ਦਾ ਗੁਆਂਢ ਸੀ ਜਿਹੜਾ ਕੋਈ ਵੇਖ ਲਿਆ, ਜਿਹੜਾ ਹਰ ਵਕਤ ਗੁਨਾਹ ਹੀ ਗੁਨਾਹ ਕਰਦਾ ਸੀ। ਤੇ ਉੱਥੇ ਫਿਰ ਇਹਨਾਂ ਨੇ ਇਹ ਸ਼ਲੋਕ ਉਚਾਰਨ ਕੀਤਾ ਬਈ ਬਾਬਾ ਫਰੀਦ ਜੀ, ਹੁਣ ਤੇਰੀ ਜਿਹੜੀ ਝੁੱਗੀ ਹੈ ਨਾ, ਇਹ ਗਲ ਕੱਟਿਆਂ ਦੇ ਕੋਲ ਹੈ, ਜੋ ਕਰਨਗੇ ਸੋ ਭਰਨਗੇ। ਫਿਰ ਅੰਦਰ ਵਿਚਾਰ ਆਈ ਵੀ ਜਿਹੜਾ ਕਰੇਗਾ ਆਪੇ ਭਰ ਲਏਗਾ, ਤੈ ਕੋ ਪਏ ਉਦਾਸ। ਆਪਾਂ ਕਿਉਂ ਇਹਨਾਂ ਦੇ ਇਹ ਕਰਤੂਤਾਂ ਲੱਸਣ ਵੇਖ ਕੇ ਉਦਾਸ ਹੋਣਾ ਕਰੀਏ। ਪਰਮਤ ਨਾਨਕ ਕਾਲ ਨਾ ਖਾਏ, ਉਹਨੂੰ ਫਿਰ ਕਲਯੁਗ ਕੁਝ ਨਹੀਂ ਆਖ ਸਕਦਾ, ਜਿੰਦੇ ਤੇ ਸੱਚੇ ਸਤਿਗੁਰ ਦੀ ਰਹਿਮਤ ਬਖਸ਼ਿਸ਼ ਹੋ ਗਈ ਹੈ ਜੀ। ਨਾਉ ਨੌਮੀ ਨਵੇਂ ਨਾਥ ਨਵ ਖੰਡਾ। ਨੌਮੀ ਤਿਥ ਤੋਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਨਵੇਂ ਨਾਥ, 9 ਨਾਥ ਹੋਏ ਨੇ, ਨਵ ਖੰਡਾ, ਤੇ 9 ਧਰਤੀ ਦੇ ਖੰਡ ਨੇ। 9 ਨਾਥ ਨੇ ਜਿਹੜੇ ਗੋਰਖਨਾਥ, ਮਛੰਦਰ ਨਾਥ,
ਚਰਪਟਨਾਥ, ਮੰਗਲਨਾਥ, ਘੁੱਗੂਨਾਥ, ਭਰਥਰਨਾਥ, ਗੋਪੀਨਾਥ, ਈਸਰਨਾਥ ਤੇ ਚੰਬਾਨਾਥ। ਇਹ 9 ਨਾਥ ਸਨ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਗਿਆਨ ਗੋਸ਼ਟੀ ਕੀਤੀ ਸੀ। ਨਵਖੰਡਾ, ਧਰਤੀ ਦੇ 9 ਖੰਡ ਮੰਨੇ ਗਏ ਨੇ। ਇਹ ਇਸ ਪ੍ਰਕਾਰ ਨੇ ਕਿੰਜ ਪੁਰਖ, ਭੱਦਰ, ਦੇਹਮਾਲ ਤੇ ਹਰ ਵਰਖ, ਹਿਰਣਿਆ, ਰਮਣਿਆ, ਇਸ ਤਰ੍ਹਾਂ ਇਹਨਾਂ ਦੇ ਨਾਂ ਨੇ। ਅੱਗੇ ਕੱਸੂ ਖੰਡ, ਇਲਾਬਰਤ ਖੰਡ ਤੇ ਭਾਰਤ ਖੰਡ। ਅਸੀਂ ਭਾਰਤ ਖੰਡ ਦੇ ਵਿੱਚ ਆਉਂਦੇ ਹਾਂ। ਇਹ 9 ਖੰਡ ਧਰਤੀ ਦੇ ਮੰਨੇ ਗਏ ਨੇ। 9 ਨੌਵੀਂ ਨਵੇਂ ਨਾਥ ਨਵ ਖੰਡਾ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ 9 ਨੌਵੀਂ ਤਿਥ ਦਾ ਸਿਧਾਂਤ ਬਣਾ ਕੇ 9 ਨਾਥ ਤੇ ਨਵ ਖੰਡ ਜਿਹੜੇ ਨੇ ਇਹਨਾਂ ਨੂੰ ਅੱਗੇ ਦੱਸਦੇ ਹਨ ਜੀ। ਕਟ ਕਟ ਨਾਥ ਮਹਾਬਲਵੰਡਾ। ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਹੈ। 9 ਖੰਡ ਨੇ ਧਰਤੀ ਦੇ। 9 ਖੰਡਾਂ ਤੇ ਜਿਤਨਾ ਕੁਝ ਵੀ ਹੈ ਨਾ, ਇਹਨਾਂ ਸਾਰਿਆਂ ਦੇ ਅੰਦਰ ਜਿਤਨੇ ਪ੍ਰਕਾਰ ਦੇ ਜੀਵ ਜੰਤੂ ਨੇ, ਸਾਰਿਆਂ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ। ਸਾਰਿਆਂ ਦੇ ਅੰਦਰ ਵਾਹਿਗੁਰੂ ਵਸਿਆ ਹੋਇਆ ਹੈ ਜੀ। ਆਈ ਪੂਤਾ ਇਹੋ ਜਗ ਸਾਰਾ। ਆਈ ਮਾਇਆ ਨੂੰ ਆਖਿਆ ਜਾਂਦਾ ਹੈ। ਪੂਤਾ ਦਾ ਅਰਥ ਹੈ ਪੁੱਤਰ। ਅਸੀਂ ਸਾਰੇ ਮਾਇਆ ਦੇ ਪੁੱਤਰ ਹਾਂ, ਭਾਵ ਸਾਰੇ ਮਾਇਆ ਤੋਂ ਪੈਦਾ ਹੋਏ ਨੇ। ਇਹੋ ਜਗ ਸਾਰਾ, ਸਾਰਾ ਜਗ ਨਾ ਜਿਹੜਾ ਮਾਇਆ ਤੋਂ ਪੈਦਾ ਹੋਇਆ ਹੈ ਜੀ। ਪ੍ਰਭ ਆਦੇਸ ਆਦ ਰਖਵਾਰਾ। ਉਸ ਪ੍ਰਭੂ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ ਜੋ ਆਦਿ ਕਾਲ ਤੋਂ ਆਪਣੇ ਸਾਜਿਆਂ ਹੋਇਆਂ ਦੀ ਆਪ ਰੱਖਿਆ ਕਰਨ ਵਾਲਾ ਹੈ। ਆਦ ਜੁਗਾਤੀ ਹੈ ਵੀ ਹੋਗ। ਆਦ ਸ਼ੁਰੂ ਦੇ ਵਿੱਚ ਵੀ ਉਹ ਸੀ, ਜੁਗਾਦ ਯੁੱਗਾਂ ਦੇ ਪ੍ਰਾਰੰਭ ਦੇ ਵਿੱਚ ਵੀ ਉਹ ਸੀ, ਹੈ ਵੀ ਹੁਣ ਵੀ ਹੈ ਉਹ ਸੀ, ਤੇ ਅੱਗੇ ਭਵਿੱਖ ਕਾਲ ਦੇ ਵਿੱਚ ਵੀ ਉਹੀ ਹੋਏਗਾ ਜੀ। ਉਹ ਅਪਰੰਪਰ ਕਰਨਾ ਜੋਗ। ਉਹ ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਹੈ ਤੇ ਸਾਰਾ ਕੁਝ ਉਸ ਦੇ ਹੱਥੇ ਉਹ ਕਰਨ ਯੋਗ ਦੇ। ਜੋ ਪਿੱਛੇ 9 ਨਾਥਾਂ ਦਾ ਜ਼ਿਕਰ ਆਇਆ ਉਹਨਾਂ ਦਾ ਅਰਥ ਹੁਣ ਇੱਥੇ ਲਾਣਾ ਹੈ ਵੀ ਇਹ 9 ਨਾਥ ਨੇ ਜਿਹੜੇ ਇਹ ਵੀ ਕੁਝ ਨਹੀਂ ਕਰ ਸਕਦੇ। ਉਹ ਪਾਰਾਵਾਰ ਤੋਂ ਰਹਿਤ ਬ੍ਰਹਮੇ ਕਰਨੇ ਯੋਗ ਤੇ ਉਹ ਸਾਰਾ ਕੁਝ ਕਰਨ ਦੇ ਯੋਗ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ। ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਜੋ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਹ ਸਾਡੇ ਪੱਲੇ ਪਵੇ ਤੇ ਅਸੀਂ ਵੀ ਆਪਣਾ ਜੀਵਨ ਜਿਹੜਾ ਇਹ ਸਫਲ ਕਰ ਲਈਏ। ਇੱਕ ਨਿੱਕੀ ਜੀ ਮਾਫੀ ਮੰਗ ਲੈਂਦੇ ਹਾਂ। 11ਵੀਂ ਪੌੜੀ ਦੀਆਂ ਜਦੋਂ ਆਪਾਂ ਵਿਚਾਰਾਂ ਕੀਤੀਆਂ ਨੇ, ਦਾਸ ਨੇ ਥੋੜੀ ਕਾਹਲੀ ਕੀਤੀ ਹੈ। ਸੱਚੇ ਸਤਿਗੁਰ ਸਮੱਤ ਦੇਣ, ਸੋਝੀ ਦੇਣ ਤੇ ਆਪ ਸੰਗਤਾਂ ਦੇ ਨਾਲ ਪੂਰੀ ਡੰਗਾਈ ਵਾਲੀਆਂ ਵਿਚਾਰਾਂ ਨੇ ਜਿਹੜੀਆਂ ਇਹ ਇਸੇ ਤਰ੍ਹਾਂ ਆਪਾਂ ਕਰਦੇ ਰਹੀਏ। ਦੇਹੋ ਸੱਜਣ ਆਸੀਸ ਰੀਆ ਜੋ ਹੋਵੇ ਸਹਿਬ ਸਿਉ ਮੇਲ। ਆਈ ਪੂਤਾ